मुर्दाबाद मुर्दाबाद नरेंद्र मोदी मुर्दाबाद 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 नरेंद्र मोदी शर्म करो शर्म करो शर्म करो। ਜਦੋਂ ਡੀਜ਼ਲ ਦੇ ਨਾਲ ਜਦੋਂ ਘਰ ਦੇ ਵਿੱਚ ਵਰਤਣ ਵਾਲੀ ਗੈਸ ਦਾ ਵੀ ਆਪਾਂ ਜਦੋਂ ਰੇਟ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਵੀ ਘਰ ਦੇ ਵਿੱਚ ਬੈਠੀ ਮਾਂ ਨੂੰ ਵੀ ਚਿੰਤਾ ਹੁੰਦੀ ਹੈ ਵੀ ਮੇਰਾ ਘਰ ਵਾਲਾ ਕਿਵੇਂ ਕਮਾ ਕੇ ਲਿਆਏਗਾ। ਕੋਵਿਡ ਦੇ ਚੱਲਦੇ ਹੋਏ ਜਿਸ ਤਰੀਕੇ ਦੇ ਨਾਲ ਦਿਨ ਪ੍ਰਤੀ ਦਿਨ ਕੰਮ ਦੇ ਵਿੱਚ ਜੋ ਬੁਰੇ ਹਾਲ ਨੇ, ਲੋਕਾਂ ਦੇ ਕਾਰੋਬਾਰ ਬੰਦ ਪਏ ਨੇ, ਉਹਨਾਂ ਦਿਨਾਂ ਨੂੰ ਦੇਖਦੇ ਹੋਏ ਮੋਦੀ ਜੀ ਨੇ ਇੰਨੇ ਕੁ ਜ਼ਿਆਦਾ ਰੇਟ ਵਧਾ ਦਿੱਤੇ ਨੇ ਕਿ ਮਾੜਾ ਬੰਦੇ ਦੇ ਲਈ ਕੰਮ ਕਰਨਾ ਮੁਸ਼ਕਿਲ ਹੋ ਗਿਆ, ਰੋਟੀ ਖਾਣੀ ਮੁਸ਼ਕਿਲ ਹੋ ਗਈ ਹੈ। ਕੋਵਿਡ ਦੇ ਵਿੱਚ ਮਾਰ ਤੇ ਇੱਕ ਮਜ਼ਦੂਰ ਨੂੰ ਵੀ ਪਈ ਸੀ, ਗਰੀਬ ਨੂੰ ਵੀ ਪਈ ਸੀ, 8000 ਤੇ ਕੰਮ ਕਰਨ ਵਾਲੇ ਬੰਦੇ ਨੂੰ ਵੀ ਪਈ ਸੀ। ਉਹਨਾਂ ਦਾ ਧਿਆਨ ਦੇਣਾ ਚਾਹੀਦਾ ਸੀ। ਮਨ ਕੀ ਬਾਤ ਦੇ ਵਿੱਚ ਲੋਕਾਂ ਦੀ ਗੱਲ ਕੀਤੀ ਜਾਂਦੀ ਹੈ, ਪਰ ਧਨ ਕੀ ਬਾਤ ਦੇ ਵਿੱਚ ਸਿਰਫ 7 ਘਰਾਣਿਆਂ ਦੀ ਗੱਲ ਕੀਤੀ ਜਾਂਦੀ ਹੈ। ਮੋਦੀ ਸਰਕਾਰ ਨੂੰ ਹੁਣ ਸਾਡੇ ਬਾਰੇ ਵੀ ਸੋਚਣਾ ਚਾਹੀਦਾ, ਲੋਕਾਂ ਬਾਰੇ ਸੋਚਣਾ ਚਾਹੀਦਾ। ਲੋਕਾਂ ਨੇ ਜਿਤਾ ਕੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ, ਨਾ ਕਿ ਅਬਾਨੀਆਂ ਨੇ ਜਿਤਾ ਕੇ ਭੇਜਿਆ ਸੀਗਾ। ਇਹਦੀਆਂ ਕੀਤੀਆਂ ਹੋਈਆਂ ਕੰਮਾਂ ਦੇ ਨਾਲ ਸਾਡਾ ਦੇਸ਼ ਅੱਜ ਉਸ ਹਾਲਾਤਾਂ ਤੇ ਪਹੁੰਚ ਗਿਆ ਹੈ ਕਿ ਸਾਡੇ ਹਾਲਾਤ ਇਹ ਬਣ ਚੁੱਕੇ ਨੇ ਵੀ ਨੌਜਵਾਨਾਂ ਨੂੰ ਪੜ੍ਹਾਈ ਤੋਂ ਨਿਕਲ ਕੇ, ਯੂਨੀਵਰਸਿਟੀਆਂ ਤੋਂ ਨਿਕਲ ਕੇ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਕਿਸਾਨੀ ਅੰਦੋਲਨ ਵਿੱਚ 500 ਤੋਂ ਵੱਧ ਮੌਤਾਂ ਹੋ ਗਈਆਂ, ਪਰ ਕੇਂਦਰ ਸਰਕਾਰ ਦੇ ਕੰਨ ਤੇ ਹਾਲੇ ਤੱਕ ਜੂੰ ਨਹੀਂ ਸਰਕੀ। ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਤੇ ਤਾਂ ਸਰਕੇਗੀ ਜੇ ਕੇਂਦਰ ਸਰਕਾਰ ਦੇ ਕੰਨ ਹੋਣਗੇ। ਉਹਨਾਂ ਦੇ ਕੰਨ, ਨੱਕ, ਮੂੰਹ, ਉਹਨਾਂ ਦੀਆਂ ਅੱਖਾਂ ਉਹ ਘਰਾਣਿਆਂ ਦੀਆਂ ਤਿਜੋਰੀਆਂ 'ਚ ਬੰਦ ਪਏ ਨੇ, ਜਿੱਥੋਂ ਤੋਂ ਵੱਡੇ ਵੱਡੇ ਅਮੀਰਾਂ ਦੇ ਘਰਾਂ 'ਚੋਂ ਬੈਗ ਆਉਂਦੇ ਨੇ। ਇਹ ਆਮ ਆਦਮੀ ਪਾਰਟੀ ਦਾ ਨਾਮ ਜ਼ਰੂਰ ਹੈ, ਲੇਕਿਨ ਇਹ ਉਹ ਪਾਰਟੀ ਹੈ ਜਿਹਦੇ ਵਿੱਚ ਵੱਡੇ ਵੱਡੇ ਕਲਾਕਾਰ, ਵੱਡੇ ਵੱਡੇ ਐਕਟਰ, ਵੱਡੀਆਂ ਵੱਡੀਆਂ ਉਹ ਸ਼ਖਸੀਅਤਾਂ ਜਿਨ੍ਹਾਂ ਨੂੰ ਐਕਟਿੰਗ ਆਉਂਦੀ ਹੈ, ਝੂਠ ਬੋਲਣੇ ਆਉਂਦੇ ਨੇ। ਦੇਸ਼ ਅੰਦਰ ਲਗਾਤਾਰ ਹੀ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧ ਰਹੀਆਂ ਨੇ, ਲੋਕਾਂ ਦਾ ਮਹਿੰਗਾਈ ਨੇ ਕਚੂੰਬਰ ਕੱਢਿਆ ਹੋਇਆ। ਤਾਂ ਜਿਸ ਨੂੰ ਵੇਖਦਿਆਂ ਹੀ ਐਨਐਸਯੂ ਦੇ ਪ੍ਰਧਾਨ ਅਕਸ਼ੇ ਸ਼ਰਮਾ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਦਾ ਵਿਰੋਧ ਕੀਤਾ ਜਾ ਰਿਹਾ, ਉਹਨਾਂ ਦੇ ਬੈਨਰ ਸਾੜ ਕੇ ਰੋਸ ਕੀਤਾ ਜਾ ਰਿਹਾ। ਸਾਡੇ ਨਾਲ ਅਕਸ਼ੇ ਸ਼ਰਮਾ ਜੀ ਨੇ। ਅਕਸ਼ੇ ਜੀ, ਕੀ ਅੱਜ ਦੀ ਗਤੀਵਿਧੀ ਆ? ਪੈਟਰੋਲ ਦੀਆਂ, ਡੀਜ਼ਲ ਦੀਆਂ ਕੀਮਤਾਂ ਲਗਾਤਾਰ ਹੀ ਦੇਸ਼ ਦੇ ਅੰਦਰ ਵਧ ਰਹੀਆਂ। ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਇੱਕ ਉਹ ਰਾਜ ਚੱਲ ਰਿਹਾ ਹੈ ਵੀ ਹੁਕਮਰਾਨ ਐਸਾ ਬਣ ਚੁੱਕਿਆ ਹੈ ਕਿ ਜਿਹੜਾ ਡੇਲੀ ਉਹਨਾਂ ਲੋਕਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿਸੇ ਵੀ ਦੇਸ਼ ਦੇ ਇੱਕ ਨੀਂਹ ਪੱਥਰ ਹੁੰਦੇ ਨੇ, ਭਾਵੇਂ ਉਹ ਕਿਸਾਨ ਹੈ, ਨੌਜਵਾਨ ਹੈ, ਇੱਕ ਸਾਡੇ ਮਜ਼ਦੂਰ ਨੇ, ਸਾਡੇ ਵਪਾਰੀ ਨੇ, ਸਾਡੇ ਟਰੱਕਾਂ ਦੇ ਵਪਾਰੀ ਨੇ, ਸਾਡੇ ਟੈਕਸੀ ਡਰਾਈਵਰਸ ਨੇ, ਈਵਨ ਦੈਨ ਕਿ ਘਰ ਦੀਆਂ ਮਹਿਲਾਵਾਂ ਵੀ ਨੇ। ਜਦੋਂ ਡੀਜ਼ਲ ਦੇ ਨਾਲ ਜਦੋਂ ਘਰ ਦੇ ਵਿੱਚ ਵਰਤਣ ਵਾਲੀ ਗੈਸ ਦਾ ਵੀ ਆਪਾਂ ਜਦੋਂ ਰੇਟ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਵੀ ਘਰ ਦੇ ਵਿੱਚ ਬੈਠੀ ਮਾਂ ਨੂੰ ਵੀ ਚਿੰਤਾ ਹੁੰਦੀ ਹੈ ਵੀ ਮੇਰਾ ਘਰ ਵਾਲਾ ਕਿਵੇਂ ਕਮਾ ਕੇ ਲਿਆਏਗਾ। ਕੋਵਿਡ ਦੇ ਚੱਲਦੇ ਹੋਏ ਜਿਸ ਤਰੀਕੇ ਦੇ ਨਾਲ ਦਿਨ ਪ੍ਰਤੀ ਦਿਨ ਕੰਮ ਦੇ ਵਿੱਚ ਜੋ ਬੁਰੇ ਹਾਲ ਨੇ, ਲੋਕਾਂ ਦੇ ਕਾਰੋਬਾਰ ਬੰਦ ਪਏ ਨੇ, ਉਹਨਾਂ ਦਿਨਾਂ ਨੂੰ ਦੇਖਦੇ ਹੋਏ ਮੋਦੀ ਜੀ ਨੇ ਇੰਨੇ ਕੁ ਜ਼ਿਆਦਾ ਰੇਟ ਵਧਾ ਦਿੱਤੇ ਨੇ ਕਿ ਮਾੜਾ ਬੰਦੇ ਦੇ ਲਈ ਕੰਮ ਕਰਨਾ ਮੁਸ਼ਕਿਲ ਹੋ ਗਿਆ, ਰੋਟੀ ਖਾਣੀ ਮੁਸ਼ਕਿਲ ਹੋ ਗਈ ਹੈ। ਅੱਜ 19 ਦੀਆਂ ਚੋਣਾਂ ਸਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਗਏ ਕਿ ਤੁਹਾਡੇ ਅੱਛੇ ਦਿਨ ਆਉਣਗੇ, ਮੋਦੀ ਸਰਕਾਰ ਦੁਬਾਰਾ ਆਏਗੀ। ਤਾਂ ਤੁਸੀਂ 19 ਦੇ ਵਿੱਚ ਜਿਹੜੇ ਕੀਤੇ ਗਏ ਵਾਅਦਿਆਂ ਦੇ ਵਿੱਚ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ। ਮੈਂ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ, ਆਹ 19 ਦੇ ਕੀਤੇ ਹੋਏ ਵਾਅਦੇ ਪਏ ਨੇ। ਆਹ ਵਾਅਦਿਆਂ ਦੇ ਵਿੱਚ 15-15 ਲੱਖ ਦੇ ਚੈੱਕ ਨੌਜਵਾਨਾਂ ਵੱਲੋਂ ਲਿਆ ਕੇ ਯੂਨੀਵਰਸਿਟੀਆਂ ਦੇ ਵਿੱਚੋਂ ਲਿਆ ਕੇ ਸਾੜੇ ਗਏ ਨੇ। ਆਹ ਮੋਦੀ ਦਾ ਆਇਲ ਹੈ, ਮੋਦੀ ਦਾ ਰੇਟ ਹੈ, ਜੋ ਮੋਦੀ ਤੈਅ ਕਰਦਾ ਹੈ ਉਹੀ ਰੇਟ ਹਿੰਦੁਸਤਾਨ ਦੇ ਵਿੱਚ ਵਿਕਦਾ ਹੈ, ਉਹੀ ਰੇਟ ਅੰਬਾਨੀਆਂ ਤੇ ਅਡਾਨੀਆਂ ਨੂੰ ਭਾਉਂਦਾ ਹੈ, ਉਸੇ ਰੇਟ ਦੇ ਰਿਲਾਇੰਸ ਦੇ ਪੰਪਾਂ ਤੇ ਤੇਲ ਵਿਕਦਾ ਹੈ, ਉਸੇ ਰੇਟ ਦੇ ਉੱਤੇ ਸਾਰਿਆਂ ਉਹਨਾਂ ਵੱਡੇ ਘਰਾਣਿਆਂ ਨੂੰ ਫਾਇਦਾ ਹੁੰਦਾ ਹੈ ਜਿਨ੍ਹਾਂ ਨੂੰ ਕੋਵਿਡ ਦੇ ਵਿੱਚ ਮਾਰ ਪਈ ਸੀ। ਕੋਵਿਡ ਦੇ ਵਿੱਚ ਮਾਰ ਤੇ ਇੱਕ ਮਜ਼ਦੂਰ ਨੂੰ ਵੀ ਪਈ ਸੀ, ਗਰੀਬ ਨੂੰ ਵੀ ਪਈ ਸੀ, 8000 ਤੇ ਕੰਮ ਕਰਨ ਵਾਲੇ ਬੰਦੇ ਨੂੰ ਵੀ ਪਈ ਸੀ। ਉਹਨਾਂ ਦਾ ਧਿਆਨ ਦੇਣਾ ਚਾਹੀਦਾ ਸੀ। ਮਨ ਕੀ ਬਾਤ ਦੇ ਵਿੱਚ ਲੋਕਾਂ ਦੀ ਗੱਲ ਕੀਤੀ ਜਾਂਦੀ ਹੈ, ਪਰ ਧਨ ਕੀ ਬਾਤ ਦੇ ਵਿੱਚ ਸਿਰਫ 7 ਘਰਾਣਿਆਂ ਦੀ ਗੱਲ ਕੀਤੀ ਜਾਂਦੀ ਹੈ। ਮੋਦੀ ਸਰਕਾਰ ਨੂੰ ਹੁਣ ਸਾਡੇ ਬਾਰੇ ਵੀ ਸੋਚਣਾ ਚਾਹੀਦਾ, ਲੋਕਾਂ ਬਾਰੇ ਸੋਚਣਾ ਚਾਹੀਦਾ। ਲੋਕਾਂ ਨੇ ਜਿਤਾ ਕੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ, ਨਾ ਕਿ ਅਬਾਨੀਆਂ ਨੇ ਜਿਤਾ ਕੇ ਭੇਜਿਆ ਸੀਗਾ। ਜਦੋਂ ਤੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਵਿੱਚ ਸਿਆਸਤ ਦੇ ਵਿੱਚ ਆਏ ਨੇ, ਲਗਾਤਾਰ GST ਨੂੰ ਲੈ ਕੇ, ਨੋਟਬੰਦੀ ਨੂੰ ਲੈ ਕੇ ਜਾਂ ਕਿਸਾਨੀ ਮੁੱਦੇ ਨੂੰ ਲੈ ਕੇ ਲਗਾਤਾਰ ਹੀ ਵਿਵਾਦਾਂ ਦੇ ਵਿੱਚ ਨੇ। ਤੁਸੀਂ ਦੇਖਿਆ ਹੋਵੇਗਾ ਜਦੋਂ ਨੋਟਬੰਦੀ ਹੋਏ ਸੀਗੇ ਤੇ ਇਹ ਇੱਕ ਐਕਟਰ ਪ੍ਰਧਾਨ ਮੰਤਰੀ ਰੋਇਆ ਵੀ ਸੀਗਾ। ਅੱਜ ਲੋਕੀ ਰੋ ਰਹੇ ਨੇ, ਅੱਜ ਲੋਕੀ ਤੰਗ ਨੇ, ਲੋਕੀ ਪਰੇਸ਼ਾਨ ਨੇ। ਅੱਜ ਲੋਕੀ ਰੋ ਰੋ ਕੇ ਕੁਰਲਾ ਕੇ ਕਹਿ ਰਹੇ ਨੇ ਵੀ ਇਸ ਇਨਸਾਨ ਨੂੰ ਇੱਥੋਂ ਸਾਡੇ ਦੇਸ਼ ਚੋਂ ਲੈ ਜਾਓ, ਕਿਤੇ ਉੱਥੇ ਰੱਖ ਦਿਓ ਵੀ ਜਿਹੜਾ ਇਹ ਲੋਕਾਂ ਤੋਂ ਦੂਰ ਹੋ ਜੇ। ਇਹਦੀਆਂ ਕੀਤੀਆਂ ਹੋਈਆਂ ਕੰਮਾਂ ਦੇ ਨਾਲ ਸਾਡਾ ਦੇਸ਼ ਅੱਜ ਉਸ ਹਾਲਾਤਾਂ ਤੇ ਪਹੁੰਚ ਗਿਆ ਹੈ ਕਿ ਸਾਡੇ ਹਾਲਾਤ ਇਹ ਬਣ ਚੁੱਕੇ ਨੇ ਵੀ ਨੌਜਵਾਨਾਂ ਨੂੰ ਪੜ੍ਹਾਈ ਤੋਂ ਨਿਕਲ ਕੇ, ਯੂਨੀਵਰਸਿਟੀਆਂ ਤੋਂ ਨਿਕਲ ਕੇ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਅਸੀਂ ਭਵਿੱਖ ਹੈ ਇਸ ਹਿੰਦੁਸਤਾਨ ਦਾ। ਸਾਨੂੰ ਸਾਡੇ ਪੜ੍ਹਾਈ ਵੱਲ, ਸਾਡੇ ਕਾਰੋਬਾਰ ਵੱਲ, ਸਾਡੇ ਕੰਮਾਂ ਵੱਲ, ਸਾਡੇ ਫਿਊਚਰ ਵੱਲ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਇਹਨਾਂ ਦੇ ਕੀਤੇ ਹੋਏ ਜ਼ੁਲਮਾਂ ਦੇ ਲਈ ਲੋਕਾਂ ਦੀ ਲੜਾਈ ਲੜ ਕੇ ਲੋਕਾਂ ਤੱਕ ਪਹੁੰਚਾਉਣ ਦਾ ਸਾਡਾ ਕੰਮ ਹੈ। ਅੱਛਾ ਜੀ, ਕਿਸਾਨੀ ਅੰਦੋਲਨ ਵਿੱਚ 500 ਤੋਂ ਵੱਧ ਮੌਤਾਂ ਹੋ ਗਈਆਂ, ਪਰ ਕੇਂਦਰ ਸਰਕਾਰ ਦੇ ਕੰਨ ਤੇ ਹਾਲੇ ਤੱਕ ਜੂੰ ਨਹੀਂ ਸਰਕੀ। ਕਿਸਾਨ ਅੱਜ ਵੀ
ਪੂਰੀ ਧੁੱਪ ਦੇ ਵਿੱਚ ਦਿੱਲੀ ਦੀਆਂ ਸੜਕਾਂ ਤੇ ਬੈਠੀ। ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਤੇ ਤਾਂ ਸਰਕੇਗੀ ਜੇ ਕੇਂਦਰ ਸਰਕਾਰ ਦੇ ਕੰਨ ਹੋਣਗੇ। ਉਹਨਾਂ ਦੇ ਕੰਨ, ਨੱਕ, ਮੂੰਹ, ਉਹਨਾਂ ਦੀਆਂ ਅੱਖਾਂ ਉਹ ਘਰਾਣਿਆਂ ਦੀਆਂ ਤਜੋਰੀਆਂ 'ਚ ਬੰਦ ਪਏ ਨੇ। ਜਿੱਥੋਂ ਤੋਂ ਵੱਡੇ ਵੱਡੇ ਅਮੀਰਾਂ ਦੇ ਘਰਾਂ 'ਚੋਂ ਬੈਗ ਆਉਂਦੇ ਨੇ, ਉਹਨਾਂ ਨੇ ਤਜੋਰੀ ਦੇ ਵਿੱਚ ਬੰਦ ਕਰਕੇ ਰੱਖੇ ਹੋਏ ਨੇ। ਉਹਨਾਂ ਦਾ ਜਿਹੜਾ ਲੋਕਰ ਦਾ ਲੋਕ ਵੀ ਸੀਗਾ ਉਹ ਧੀਰੂ ਭਾਈ ਅੰਬਾਨੀ ਆਪਣੇ ਨਾਲ ਹੀ ਸਵਰਗ ਦੇ ਵਿੱਚ ਲੈ ਗਿਆ ਹੈ। ਉੱਥੇ ਹੀ ਜਾ ਕੇ ਕੋਈ ਪਤਾ ਕਰ ਸਕਦਾ ਹੈ, ਜਦੋਂ ਹੁਣ ਕੋਈ ਜਾਏਗਾ ਤੇ ਦੱਸੇਗਾ। ਗੱਲ ਕਰੀਏ ਪੂਰੇ 22 ਦੀਆਂ ਚੋਣਾਂ ਵੀ ਨਜ਼ਦੀਕ ਆ ਰਹੀਆਂ, ਪਰ ਬੀਜੇਪੀ ਦੇ ਆਗੂ ਕਹਿ ਰਹੇ ਨੇ 22 ਦੇ ਵਿੱਚ ਅਸੀਂ 117 ਸੀਟਾਂ ਦੇ ਇਲੈਕਸ਼ਨ ਲੜ ਕੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਵਾਂਗੇ। ਉਹਦੇ ਲਈ ਇਹਨਾਂ ਨੂੰ ਪਹਿਲਾਂ ਨਰਿੰਦਰ ਮੋਦੀ ਜੀ ਨੂੰ ਸ਼ਾਇਦ ਲਾਹੌਰ ਕੈਂਟ ਤੋਂ ਸੀਟ ਲੜਾਉਣੀ ਪਏਗੀ, ਫਿਰ ਇੱਥੇ ਸਰਕਾਰ ਬਣੇਗੀ। ਉਸ ਤੋਂ ਬਾਅਦ ਤੇ ਬਹੁਤ ਮੁਸ਼ਕਿਲ ਹੈ। ਸੋ ਤੁਸੀਂ ਪਿਛਲੇ ਦਿਨੀ ਵੇਖਿਆ ਹੋਵੇਗਾ ਆਈਜੀ ਕੁਵਰ ਵਿਜੇ ਪ੍ਰਤਾਪ ਜੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ, ਉਹਨਾਂ ਵੱਲੋਂ ਇੱਕ ਪੱਤਰਕਾਰ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਆ, ਉਹਨਾਂ ਦਾ ਮਾਈਕ ਖੋਇਆ ਜਾਂਦਾ। ਕਿਵੇਂ ਵੇਖਦੇ ਹੋ ਤੁਸੀਂ? ਨੌਜਵਾਨ ਇਸ ਚੀਜ਼ ਦਾ ਕੜੀ ਨਿੰਦਾ ਕਰਦੇ ਨੇ, ਬਿਲਕੁਲ ਬਰਦਾਸ਼ਤਯੋਗ ਨਹੀਂ ਹੈ। ਨੌਜਵਾਨ ਦਾ ਮਾਈਕ ਖੋਣ ਤੋਂ ਪਹਿਲਾਂ ਆਪਣੇ ਉਹ ਸਾਥੀ ਦਾ ਮਾਈਕ ਖੋਲਦੇ ਜਿਹੜੇ ਕਿੰਨੇ ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਦੇ ਨਾਲ ਵਿੱਚ ਪਰਚੇ ਦੇ ਵਿੱਚ ਦਰਜ ਹੋਏ ਨੇ। ਉਹਨਾਂ ਦਾ ਮੂੰਹ ਫੜ ਕੇ ਉਹਨਾਂ ਨੂੰ ਪਾਰਟੀ ਤੋਂ ਬਰਖਾਸਤ ਕਰਦੇ ਤੇ ਮੀਡੀਆ ਨੂੰ ਸੱਦ ਕੇ ਕਹਿੰਦੇ ਵੀ ਐਸੇ ਇਨਸਾਨ ਦਾ ਸਾਡੇ ਵਜੂਦ ਕੋਈ ਨਹੀਂ, ਸਾਡੇ ਪਾਰਟੀ ਨਾਲ ਤਾਲੁਕਾਤ ਕੋਈ ਨਹੀਂ। ਪਾਰਟੀ ਚੋਂ ਕੱਢ ਕੇ ਐਸੀ ਮਿਸਾਲ ਪੈਦਾ ਕਰਦੇ, ਨਾ ਕਿ ਆਪਣਾ ਉਹ ਰਵੱਈਆ ਵਿਖਾਉਂਦੇ ਕਿ ਜੋ ਉਹਨਾਂ ਨੇ ਰਵੱਈਆ ਉਸ ਸਮੇਂ ਪੁਲਿਸ ਦੀ ਨੌਕਰੀ ਦੇ ਵਿੱਚ ਲੋਕਾਂ ਦੇ ਵਿੱਚ ਰੱਖਿਆ ਸੀਗਾ। ਹੁਣ ਉਹ ਸਮਝ ਜਾਣ ਕਿ ਉਹ ਇੱਕ ਪੋਲੀਟੀਕਲ ਪਾਰਟੀ ਤੇ ਮੈਂ ਕਹਿ ਨਹੀਂ ਸਕਦਾ, ਇੱਕ ਝੂਠੀ ਤੇ ਡਰਾਮੇਬਾਜ਼ ਪਾਰਟੀ ਦੇ ਇੱਕ ਐਕਟਰ ਨੇ। ਉਹਨਾਂ ਨੂੰ ਐਕਟਿੰਗ ਸਿੱਖਣੀ ਪਏਗੀ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਕੇਜਰੀਵਾਲ ਇੱਕ ਨਰਮਤਾ ਸਹਿਤ ਪਾਰਟੀ ਦੇ ਵਿੱਚ ਐਕਟਿੰਗ ਕਰਦੇ ਨੇ। ਉਹ ਵੀ ਥੋੜੀ ਜੀ ਕਲਾਸਾਂ ਦਿੱਲੀ ਵਿੱਚ ਲੈ ਕੇ ਆਉਣ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਲੈ ਕੇ ਆਵਾਂਗੇ, ਆਮ ਲੋਕ ਹੀ ਜਿਹੜੀਆਂ ਚੋਣਾਂ ਦੇ ਵਿੱਚ ਇਲੈਕਸ਼ਨ ਲੜਨਗੇ। ਦੂਜੇ ਪਾਸੇ ਜੇ ਗੱਲ ਕਰੀਏ ਆਈਜੀ ਕੁਵਰ ਵਿਜੇ ਪ੍ਰਤਾਪ ਜਾਂ ਭਗਵੰਤ ਮਾਨ, ਹੋਰ ਵੀ ਹਸਤੀਆਂ ਜਿਹੜੀਆਂ ਇਸ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ। ਇਹ ਆਮ ਆਦਮੀ ਪਾਰਟੀ ਦਾ ਨਾਮ ਜ਼ਰੂਰ ਹੈ, ਲੇਕਿਨ ਇਹ ਉਹ ਪਾਰਟੀ ਹੈ ਜਿਹਦੇ ਵਿੱਚ ਵੱਡੇ ਵੱਡੇ ਕਲਾਕਾਰ, ਵੱਡੇ ਵੱਡੇ ਐਕਟਰ, ਵੱਡੇ ਉਹ ਸ਼ਖਸੀਅਤਾਂ ਜਿਨ੍ਹਾਂ ਨੂੰ ਐਕਟਿੰਗ ਆਉਂਦੀ ਹੈ, ਝੂਠ ਬੋਲਣੇ ਆਉਂਦੇ ਨੇ। ਵੇਖੋ, ਸਟੇਜ ਸੰਭਾਲਣੀ ਤੇ ਸਟੇਟ ਸੰਭਾਲਣੀ ਦਾ ਬੜਾ ਡਿਫਰੈਂਸ ਹੈ। ਸਟੇਜ ਦੇ ਉੱਤੇ ਜੋ ਮਰਜ਼ੀ ਝੂਠ ਸੱਚ ਬੋਲ ਕੇ ਲੋਕਾਂ ਨੂੰ ਹਸਾ ਕੇ, ਲੋਕਾਂ ਦੀਆਂ ਗੱਲਾਂ ਕਰਕੇ, ਸ਼ੇਅਰ ਮਾਰ ਕੇ ਤੁਸੀਂ ਕੁਝ ਵੀ ਕਰ ਸਕਦੇ ਹੋ। ਲੇਕਿਨ ਸਟੇਟ ਸੰਭਾਲਣ ਦਾ ਜੋ ਤਜਰਬਾ ਹੈ, ਜੋ ਕੰਮ ਹੈ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਆਉਂਦਾ ਹੈ। ਕੈਪਟਨ ਅਮਰਿੰਦਰ ਸਿੰਘ ਇਸ ਸਟੇਟ ਦੇ ਲੀਡਰ ਨੇ, ਇਸ ਸਟੇਟ ਦੇ ਕੈਪਟਨ ਨੇ। ਉਹਨਾਂ ਦੀ ਅਗਵਾਈ ਦੇ ਵਿੱਚ 2022 ਦੀ ਇਲੈਕਸ਼ਨ ਲੜੀ ਜਾਏਗੀ ਤੇ 117 ਦੇ 17 ਹਲਕਿਆਂ ਦੇ ਵਿੱਚੋਂ ਵੱਧ ਤੋਂ ਵੱਧ ਬਹੁਮਤ ਦੇ ਨਾਲ ਸਰਕਾਰ ਬਣਾਈ ਜਾਏਗੀ। ਤੁਹਾਡੇ ਵੱਲੋਂ ਪਿਛਲੇ ਦਿਨੀ ਕੈਪਟਨ ਸਾਹਿਬ ਦੇ ਪੋਸਟਰ ਵੀ ਲਗਾਏ ਸੀ ਅੰਮ੍ਰਿਤਸਰ ਦੇ ਵਿੱਚ, ਤਾਂ ਹੁਣ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਉਹਨਾਂ ਨੂੰ ਮਿਲ ਕੇ ਆਏ ਨੇ। ਲੱਗਦਾ ਹੈ ਪੰਜਾਬ ਦੀ ਸਿਆਸਤ ਵਿੱਚ ਕੋਈ ਬਦਲਾਅ ਆਏਗਾ ਹਾਈ ਕਮਾਂਡ ਦਾ ਜੋ ਫੈਸਲਾ ਆਇਆ ਤਾਂ? ਦੇਖੋ, ਕੋਈ ਬਦਲਾਵ ਤੇ ਨਹੀਂ। ਦੇਖੋ, ਕੈਪਟਨ ਅਮਰਿੰਦਰ ਸਿੰਘ ਜੀ ਪਹਿਲਾਂ ਸੋਨੀਆ ਮੈਡਮ ਨੂੰ ਮਿਲ ਕੇ ਆਏ ਸੀਗੇ। ਉਹਨਾਂ ਤੋਂ ਬਾਅਦ ਉਹਨਾਂ ਨੇ ਰਾਹੁਲ ਜੀ ਨੇ ਤੇ ਸਾਰਿਆਂ ਨੇ ਇਹਨਾਂ ਨੂੰ ਬੁਲਾਇਆ ਹੈ, ਸਿੱਧੂ ਜੀ ਨੂੰ। ਉਹਨਾਂ ਦੇ ਨਾਲ ਉਹਦੀ ਮੀਟਿੰਗ ਚੱਲ ਰਹੀ ਹੈ, ਜਲਦ ਹੀ ਫੈਸਲਾ ਸਾਹਮਣੇ ਆਏਗਾ। ਜੇ ਗੱਲ ਕਰੀਏ ਐਨਐਸਯੂ ਦੇ ਜਿਹੜੇ ਪ੍ਰਧਾਨ ਨੇ ਅਕਸ਼ੇ ਸ਼ਰਮਾ ਜੀ, ਕਾਫੀ ਐਕਟਿਵੇਟ ਨੇ ਅੰਮ੍ਰਿਤਸਰ ਦੀ ਗੱਲ ਕਰੀਏ, ਪੂਰੇ ਪੰਜਾਬ ਦੇ ਵਿੱਚ ਐਕਟਿਵ ਨੇ। ਕਿ ਆਉਣ ਵਾਲੇ ਸਮੇਂ ਦੇ ਵਿੱਚ 22 ਦੇ ਵਿੱਚ ਕਿਸੇ ਹਲਕੇ ਤੋਂ ਚੋਣ ਲੜਨਗੇ ਜਾਂ ਯੂਥ ਤੱਕ ਹੀ ਸਹਿਮਤ ਰਹਿਣਗੇ? ਦੇਖੋ, ਜਦੋਂ ਯੰਗਸਟਰ ਲੀਡਰਸ਼ਿਪ ਦੇ ਵਿੱਚ ਆਉਂਦਾ ਹੈ, ਉਹਦੇ ਵਿੱਚ ਹਮੇਸ਼ਾ ਉਸ ਦਾ ਮਕਸਦ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨਾ ਹੁੰਦਾ ਹੈ। ਲੋਕਾਂ ਦੀ ਸਮੱਸਿਆ ਤੁਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਹੀ ਹੱਲ ਕਰ ਸਕਦੇ ਹੋ। ਵਿਧਾਨ ਸਭਾ ਦੀਆਂ ਪੌੜੀਆਂ ਨੌਜਵਾਨ ਜੇ ਚੜ੍ਹਨਗੇ ਤੇ ਇਸ ਸੂਬੇ ਦਾ ਤੇ ਇਸ ਦੇਸ਼ ਦਾ ਸੁਧਾਰ ਹੋਏਗਾ। ਨੌਜਵਾਨਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਕੇ ਅਸੀਂ ਖੁਦ ਤੇ ਜ਼ਰੂਰ ਜਾਵਾਂਗੇ, ਨੌਜਵਾਨਾਂ ਨੂੰ ਵੀ ਅੱਗੇ ਲੈ ਕੇ ਜਾਵਾਂਗੇ। ਪਾਰਟੀ ਮੌਕਾ ਦਿੰਦੀ ਹੈ, ਤੁਸੀਂ ਵਿਧਾਨ ਸਭਾ ਦੀਆਂ ਚੋਣਾਂ ਲੜੋਗੇ? ਨਹੀਂ, ਪਾਰਟੀ ਮੌਕਾ ਦਿੰਦੀ ਹੈ ਤੇ ਅਸੀਂ ਮੰਗਾਂਗੇ ਵੀ ਮੌਕਾ ਮੰਗ ਕੇ ਦੁਬਾਰਾ ਤੋਂ ਲੜਨ ਦੀ ਕੋਸ਼ਿਸ਼ ਵੀ ਕਰਾਂਗੇ। ਜੇ ਗੱਲ ਕਰੀਏ ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀ ਕੇਜਰੀਵਾਲ ਨੇ ਦਿੱਲੀ ਦੇ ਵਿੱਚ 300 ਯੂਨਿਟ ਦਾ ਐਲਾਨ ਕੀਤਾ। ਤੁਹਾਨੂੰ ਲੱਗਦਾ ਹੈ ਕਿ ਲੋਕਾਂ ਤੱਕ 300 ਯੂਨਿਟ ਪਹੁੰਚਣਗੇ ਜਾਂ ਕੋਈ ਸਿਆਸਤ ਲੱਗ ਰਹੀ ਹੈ ਤੁਹਾਨੂੰ? ਦੇਖੋ, ਬਿਜਲੀ ਇੱਕ ਅਲੱਗ ਸਾਧਨ ਹੈ। ਪਹਿਲਾਂ ਕੇਜਰੀਵਾਲ ਨੂੰ ਚਾਹੀਦਾ ਹੈ ਦਿੱਲੀ ਦੇ ਵਿੱਚ ਜਿਵੇਂ ਤਰਾ ਕਰਕੇ ਪਾਣੀ ਨਾਲ ਲੋਕ ਮਰ ਰਹੇ ਨੇ, ਪਹਿਲਾਂ ਉਹਨਾਂ ਨੂੰ ਪਾਣੀ ਪਹੁੰਚਾ ਦੇਣ। ਇੱਥੇ ਆ ਕੇ ਝੂਠੇ ਵਾਅਦੇ ਦੁਬਾਰਾ ਤੋਂ ਨਾ ਕਰਨ। ਉਹਨਾਂ ਨੇ ਇੱਥੇ ਵਾਅਦਾ ਕਰਨਾ ਸੀ ਤੇ ਆਪਣੇ ਜਿਹੜੇ ਰੋਲ ਮਾਡਲ ਦਾ ਬਹੁਤ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰਚਾਰ ਕਰਦੇ ਨੇ, ਅੱਜ ਪੰਜਾਬ 'ਚ ਵੀ ਕਰਦੇ। ਹਿੰਦੁਸਤਾਨ ਦੇ ਪੂਰੇ ਸਕੂਲਾਂ ਦੇ ਵਿੱਚੋਂ, ਸਰਕਾਰੀ ਸਕੂਲਾਂ ਤੋਂ ਵਿੱਚ ਅਸੀਂ ਅਵਲ ਆਏ ਹਾਂ। ਇੱਕ 300 ਯੂਨਿਟ ਵਾਲਾ ਜਿਹੜਾ ਪੂਰਾ ਜਿਹੜੀ ਹਿਸਟਰੀ ਆ ਉਹ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ। ਆਮ ਲੋਕਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਕਿ 300 ਯੂਨਿਟ ਤੋਂ ਬਾਅਦ ਇਹ 301 ਆ ਗਿਆ, ਤਾਂ 300 ਪੂਰੇ 300 ਯੂਨਿਟ ਦਾ ਜਿਹੜਾ ਵਾ ਇਹ ਉਹ ਕੰਮ ਹੈ ਜਿਵੇਂ ਨਿੱਕੇ ਹੁੰਦੇ ਲਾਟਰੀ ਨਿਕਲਦੀ ਹੁੰਦੀ ਸੀ ਨਾ, ਵੀ ਇੱਥੋਂ ਤੱਕ ਦੌੜ ਲਾ ਲਓ ਤੇ ਉਸ ਤੋਂ ਬਾਅਦ ਜੇ 301 ਹੋ ਗਿਆ ਤੇ ਸਾਰੇ ਦਾ ਸਾਰਾ ਫਾਈਨ ਤੁਹਾਨੂੰ ਪੈਣਾ। 300 ਤੇ ਬਟਨ ਬੰਦ ਕਰਨਾ ਪੈਂਦਾ ਸੀਗਾ। ਜੇ 300 ਤੇ ਬਟਨ ਬੰਦ ਹੋ ਗਿਆ ਤੇ ਮਾਫ ਕਰ ਦੇਣਗੇ। ਮਾਫ ਵੀ ਤਾਂ ਕਰਨਗੇ ਜੇ ਸਰਕਾਰ ਆਏਗੀ। ਜੇ 301 ਹੋ ਗਿਆ ਤੇ 301 ਦਾ ਹੀ ਪੂਰੇ ਦੇ ਪੂਰੇ ਪੈਸੇ ਪੈਣਗੇ। ਤੁਸੀਂ ਮੰਨਦੇ ਹੋ ਕਿ ਹਰ ਘਰ ਦੇ ਵਿੱਚ ਕੂਲਰ ਨੇ ਅੱਜ ਕੱਲ੍ਹ? ਕਿਉਂਕਿ ਜੇ ਗੱਲ ਕਰੀਏ ਕਾਫੀ ਗਰਮੀ ਪੈ ਰਹੀ ਆ, ਪੱਖੇ ਵੀ 2-2 3-3 ਕਮਰੇ ਨੇ, ਕਿਉਂਕਿ ਬੱਚੇ ਘਰਾਂ ਦੇ ਵਿੱਚ ਹੁੰਦੇ ਨੇ। ਕੀ ਤੁਹਾਨੂੰ ਲੱਗਦਾ ਕਿ 300 ਯੂਨਿਟ ਤੱਕ ਹੀ ਲੋਕ ਸਹਿਮਤ ਰਹਿਣਗੇ? ਇਸ ਤੋਂ ਵੱਧ ਵੀ ਯੂਨਿਟ ਬਲ ਸਕਦੇ ਆ? ਨਹੀਂ, ਯੂਨਿਟ ਜਿੰਨੇ ਮਰਜ਼ੀ ਬਾਲਣ, ਅਸੀਂ ਯੂਨਿਟ ਹੀ ਸਸਤੇ ਕਰ ਦੇਣੇ ਆ। ਕੈਪਟਨ ਅਮਰਿੰਦਰ ਸਿੰਘ ਜੀ ਦੀ ਦੁਬਾਰਾ ਸਰਕਾਰ ਆਉਣੀ ਆ, ਪਾਲਿਸੀ
ਬਣਾਉਣੀ ਹੈ, ਯੂਨਿਟ ਸਸਤੇ ਕਰ ਦੇਣੇ ਆ। 5 ਸਟਾਰ ਅੱਜ ਤੁਸੀਂ ਦੇਖੋਗੇ ਏਸੀ ਆਉਂਦੇ ਆ, 3 ਸਟਾਰ 4 ਸਟਾਰ 5 ਸਟਾਰ, ਲੋਕਾਂ ਨੂੰ ਕੂਲਰਾਂ ਦੇ ਭਾਅ ਦੇ ਉੱਤੇ ਏਸੀ ਲਵਾ ਕੇ ਦਵਾਂਗੇ, ਏਸੀ 'ਚ ਬਹਿ ਕੇ ਲੋਕੀ ਆਨੰਦ ਲੈਣਗੇ। ਇਹ ਕੋਈ ਸਮਾਂ ਨਹੀਂ ਕਿ ਲੋਕੀ ਇਹਨਾਂ ਦੀਆਂ ਝੂਠੀਆਂ ਗੱਲਾਂ ਤੇ ਕਰਨ। ਪਾਸੇ ਜੇ ਗੱਲ ਕਰੀਏ ਤੇ ਬਿਜਲੀ ਦੀ ਸੰਕਟ ਵੀ ਸਮੱਸਿਆ ਆ ਰਹੀ ਹੈ, ਕਿਸਾਨ ਵੀ ਰੋ ਰਹੇ ਨੇ ਕਿ ਬਿਜਲੀ ਪੂਰੀ ਨਹੀਂ ਮਿਲਣੀ, ਆਮ ਲੋਕਾਂ ਦਾ ਵੀ ਹਾਲ ਮੰਦਾ ਹੋਇਆ। ਤੁਸੀਂ ਕਿਹਾ ਵੀ 300 ਯੂਨਿਟ ਦਾ ਮਸਲਾ ਸਮਝਾਓ, ਮੈਂ ਲੋਕਾਂ ਨੂੰ ਸਮਝਾਉਣਾ ਚਾਹੁੰਦਾ ਇਹ ਜੋ ਸਮੱਸਿਆ ਆ ਰਹੀ ਹੈ ਇਹ ਉਹਨਾਂ ਸਮੱਸਿਆਵਾਂ ਇਦਾਂ ਨੇ ਜਿਸ ਤਰੀਕੇ ਦੇ ਨਾਲ 10 ਸਾਲ ਬੀਜੇਪੀ ਤੇ ਬਾਦਲ ਦੀ ਸਰਕਾਰ ਨੇ ਇਹਨਾਂ ਲੋਕਾਂ ਦੇ ਲਈ ਜੋ ਕੰਮ ਕੀਤੇ ਸੀਗੇ, ਥਰਮਲ ਪਲਾਂਟਾਂ ਦੇ ਐਗਰੀਮੈਂਟ ਕੀਤੇ ਸੀਗੇ, ਪਾਵਰ ਹਾਊਸ ਹੋਲਡ ਦੇ ਐਗਰੀਮੈਂਟ ਕੀਤੇ ਸੀ, ਉਹਨਾਂ ਨੂੰ ਰੱਦ ਕਰਨ ਦੇ ਲਈ ਇਹ ਕਟੌਤੀਆਂ ਬਿਜਲੀ ਕੀਤੀ ਜਾ ਰਹੀਆਂ। ਜਲਦੀ ਉਹਨਾਂ ਨੂੰ ਜੋ ਬਾਹਰਲੀਆਂ ਜੋ ਪਾਰਟੀਆਂ ਨੇ ਉਹਨਾਂ ਦੇ ਐਗਰੀਮੈਂਟ ਰੱਦ ਕਰਕੇ ਸਰਕਾਰੀ ਤੌਰ ਤੇ ਬਿਜਲੀ ਪੈਦਾ ਕਰਕੇ ਲੋਕਾਂ ਨੂੰ ਦਿੱਤੀ ਜਾਏਗੀ। ਇਹ ਸਨ ਐਨਐਸਯੂ ਦੇ ਪ੍ਰਧਾਨ ਅਕਸ਼ੇ ਸ਼ਰਮਾ, ਜਿਨ੍ਹਾਂ ਦੇ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਜਿਨ੍ਹਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਲਗਾਤਾਰ ਹੀ ਆਮ ਲੋਕਾਂ ਤੇ ਭਾਰ ਪਾਈ ਆ। ਡੀਜ਼ਲ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਉਹ ਵਧ ਰਹੀਆਂ ਤੇ ਕੇਜਰੀਵਾਲ ਜੋ 300 ਯੂਨਿਟ ਨੂੰ ਲੈ ਕੇ ਪੰਜਾਬ ਦੇ ਲੋਕਾਂ ਨਾਲ ਸਿਆਸਤ ਕਰ ਰਿਹਾ ਹੈ। ਕੈਮਰਾਮੈਨ ਅਰਸ਼ਦੀਪ ਨਾਲ ਜਗਤਾਰ ਸਿੰਘ ਬਾਲਾ, ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ, ਅੰਮ੍ਰਿਤਸਰ।